रोजाना लोकनाथ टीवी का स्पैशल प्रोग्राम खबर सवेर देख रहे हो तुसी। मैं हाँ सुखविंदर सिंह सिद्धू। प्रोग्राम दे विच गलबात करांगे सियासत दे नाल जुड़ियां हुई कुछ वड्डियां ते कुछ अहम खबरां ते। सब तो पहला गलबात करांगे कि कांग्रेस नूं एक तो बाद एक झटका लगदा जा रहा है। पंजाब कांग्रेस दे भी कुछ वड्डे लीडर भाजपा छड्ड के गए ते एक होर वड्डे लीडर जिहड़ा पंजाब तो बाहर दा है वो भी जिहड़ी कांग्रेस छड्ड के भाजपा दे विच शामिल हो गया है। ते खास करके हरीश रावत का बयान आया, वो कहते कि इन्हां दा कांग्रेस छड्ड के भाजपा दे विच शामिल होना साडे कांग्रेस दे मूंह ते चपेड़ है। दूजे पासे गलबात करांगे कि हुण नवजोत सिंह सिद्धू दे वल्लों कैप्टन अमरिंदर सिंह नूं मूंह तोड़मा जवाब देना शुरू कर दिता गया। उस तो बाद गलबात करांगे कि राकेश टिकैत दी कल मीटिंग हुई है ममता बनर्जी दे नाल। कट्टर विरोधी मन्ने जांदे ममता बनर्जी नरेंद्र मोदी दे ते नरेंद्र मोदी सरकार के खिलाफ भी जिहड़ा किसानां दा अंदोलन चल रहा है। अंदोलन के वड्डे लीडर ने राकेश टिकैत, इन्हां दे वल्लों मीटिंग जिहड़ी कीती गई है की कुछ खास रहा इस मीटिंग दे विच, की कुछ गल्लां बातां होईयां ते अगे आउण वाले दिनां दे विच की कुछ खास हो सकता है। इन्हां पूरीआं खबरां ते गलबात करांगे ते गलबात लई मेरे नाल मौजूद रहणगे राजनीतिक माहर के तौर पर डॉक्टर भीमिंदर सिंह जी। सब तो पहले उन्हां दा स्वागत कर लैंदे आ। डॉक्टर साहब स्वागत है प्रोग्राम दे विच। बहुत बहुत शुक्रिया, मेहरबानी, धन्यवाद सुखविंदर जी। डॉक्टर साहब शुरुआत आपां इत्थे करिए कि जेडे दो वड्डे लीडर दसे जा रहे गुरदासपुर ते मजीठे दे, कहंदे कि दो वड्डे लीडर कांग्रेस दे वो भी छड्ड के कांग्रेस भाजपा दे विच शामिल हो गया, तो उधरों यूपी का एक वड्डा लीडर जिहड़ा वो छड्ड के कांग्रेस भाजपा दे विच शामिल हो गया। खास करके हरीश रावत जिहड़े पंजाब कांग्रेस के इंचार्ज आ ते वड्डे लीडर ने कांग्रेस के, उन्होंने वल्लों ये बयान आया कि कांग्रेस के मूँह ते चपेड़ है इस तरीके दे नाल सानू लीडरां दा छड्ड के जाना। किवें देखदे सुखविंदर जी, एक ਤਾਂ ਇਹ ਗੱਲ ਹੁੰਦੀ ਹੈ ਕਿ ਜਦੋਂ ਚੋਣਾਂ ਨੇੜੇ ਆਉਂਦੀਆਂ ਨੇ ਅਕਸਰ ਜਿਹੜੀ ਹੈਗੀ ਹੈ ਸ਼ਿਫਟਿੰਗ ਚੱਲਦੀ ਰਹਿੰਦੀ ਹੈ। ਇੱਕ ਪਾਰਟੀ ਛੱਡ ਕੇ ਜਿਹੜੇ ਲੀਡਰ ਸਾਹਿਬਾਨ ਨੇ ਉਹ ਕਦੇ ਦੂਜੀ 'ਚ ਜਾਂਦੇ ਨੇ, ਕਦੇ ਦੂਜੀ ਛੱਡ ਕੇ ਤੀਜੀ 'ਚ ਚਲੇ ਜਾਂਦੇ ਨੇ। ਸੋ ਇਹ ਸਿਲਸਿਲਾ ਚੱਲਦਾ ਰਹਿੰਦਾ ਹੈ। ਇੱਕ ਤਾਂ ਇਹ ਗੱਲ ਸਮਝਣ ਵਾਲੀ ਹੈ। ਦੂਜੀ ਸਮਝਣ ਵਾਲੀ ਹੈ ਇਸ ਵੇਲੇ ਜਿਹੜੀ ਕਾਂਗਰਸ ਦੀ ਪੋਜੀਸ਼ਨ ਹੈ ਜਿਹਦੇ ਉੱਤੇ ਬਹੁਤ ਵੱਡੇ ਸਵਾਲੀਆ ਨਿਸ਼ਾਨ ਲੱਗ ਰਹੇ ਨੇ ਇਸ ਵੇਲੇ, ਚਾਹੇ ਉਹ ਨੈਸ਼ਨਲ ਲੈਵਲ ਦੀ ਹੈ, ਚਾਹੇ ਉਹ ਸਟੇਟ ਲੈਵਲ ਦੀ ਹੈ, ਚਾਹੇ ਪੰਜਾਬ ਦੀ ਕਾਂਗਰਸ ਹੈ, ਚਾਹੇ ਰਾਜਸਥਾਨ ਦੀ ਕਾਂਗਰਸ ਹੈ। ਤੁਸੀਂ ਦੇਖੋਗੇ ਬਹੁਤ ਸਾਰੀ ਜਿਹੜੀਆਂ ਨੇ ਇਹਨਾਂ ਦੇ ਵਿੱਚੋਂ ਜਿਵੇਂ ਤੁਸੀਂ ਪੰਜਾਬ ਦੀ ਖਾਸ ਤੌਰ ਤੇ ਗੱਲ ਕੀਤੀ ਹੈ, ਗੁਰਦਾਸਪੁਰ ਏਰੀਏ ਦੀ ਗੱਲ ਕੀਤੀ ਹੈ, ਔਰ ਇਹਦੇ ਵਿੱਚੋਂ ਕਾਂਗਰਸ ਦੇ ਜਿਹੜੇ ਲੀਡਰ ਨੇ ਔਰ ਬੀਜੇਪੀ ਦੇ ਵਿੱਚ ਸ਼ਾਮਲ ਹੋਣੇ ਇਹ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੀ ਗੱਲ ਹੈ ਇਸ ਵੇਲੇ, ਜਦੋਂ ਆਪਾਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜੋ ਬੀਜੇਪੀ ਦਾ ਹਾਲ ਹੈ ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ। ਔਰ ਇਹਦੇ ਬਾਵਜੂਦ ਕਾਂਗਰਸ ਦੇ ਲੀਡਰ ਬੀਜੇਪੀ 'ਚ ਸ਼ਾਮਲ ਹੋ ਰਹੇ ਨੇ। ਇੱਕ ਬਹੁਤ ਵੱਡਾ ਸਵਾਲ ਮੈਨੂੰ ਲੱਗਦਾ ਹੈ ਕਿ ਇਸ ਵੇਲੇ ਕਾਂਗਰਸ ਦੀ ਲੀਡਰਸ਼ਿਪ ਤੇ ਹੈ। ਦੂਜਾ ਗੱਲ ਇਹ ਹੈ ਕਿ ਇਸ ਵੇਲੇ ਜਿਹੜੀ ਨੈਸ਼ਨਲ ਲੀਡਰਸ਼ਿਪ ਹੈ ਕਾਂਗਰਸ ਦੀ ਉਹ ਬੁਰੀ ਤਰ੍ਹਾਂ ਚਰਮਰਾ ਗਈ ਹੈ। ਉਹਦੇ ਕੋਲ ਕੋਈ ਵੱਡਾ ਲੀਡਰ, ਐਸਾ ਲੀਡਰ ਨਹੀਂ ਹੈ ਜਿਹੜਾ ਸਾਰੇ ਗਰੁੱਪਾਂ ਨੂੰ, ਸਾਰੇ ਜਿਹੜੇ ਨੁਮਾਇੰਦਿਆਂ ਨੂੰ, ਸਾਰੇ ਵਿਧਾਇਕਾਂ ਨੂੰ, ਸਾਰੇ ਜਿਹੜੇ ਲੀਡਰ ਸਾਹਿਬਾਨ ਨੂੰ ਇੱਕ ਝੰਡੇ ਦੇ ਥੱਲੇ ਇਕੱਠਾ ਕਰ ਲਈ। ਸੋ ਇਸ ਕਰਕੇ ਉਸ ਲੀਡਰਸ਼ਿਪ ਦੀ ਕਮਜ਼ੋਰੀ ਦੇ ਕਾਰਨ ਤੁਸੀਂ ਦੇਖੋਗੇ ਕਿ ਪੰਜਾਬ ਦੇ ਵਿੱਚ ਵੀ ਜਿਹੜੀ ਹਫੜਾ ਤਫੜੀ ਮੱਚੀ ਹੋਈ ਹੈ, ਕਾਟੋ ਕਲੇਸ਼ ਲਗਾਤਾਰ ਵੱਧ ਰਿਹਾ ਹੈ, ਔਰ ਰਾਜਸਥਾਨ ਦੇ ਵਿੱਚ ਵੀ ਹੈ। ਹੁਣ ਯੂਪੀ ਦੇ ਵਿੱਚ ਜਿਹੜਾ ਵੱਡਾ ਲੀਡਰ, ਇਸ ਵੇਲੇ ਵੱਡੀ ਗੱਲ ਇਹ ਹੈ ਕਿ ਜਿਹੜੇ ਵੱਡੇ ਲੀਡਰ ਸ਼ਿਫਟ ਹੋਏ ਨੇ ਯੂਪੀ ਦੇ ਵਿੱਚ, ਜਿਨ੍ਹਾਂ ਨੂੰ ਕਿ ਉੱਥੋਂ ਦੀ ਜਿਹੜੀ ਯੂਪੀ ਦੇ ਪ੍ਰਧਾਨਗੀ ਦੀ ਕਿਸੇ ਵੇਲੇ ਉਮੀਦ ਸੀ ਕਿ ਇਹਨਾਂ ਨੂੰ ਯੂਪੀ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਏਗਾ, ਔਰ ਕਈ ਵਾਰੀ ਇਹ ਪੂਰੇ ਦਾ ਪੂਰਾ ਪਰਿਵਾਰ ਜਿਹੜਾ ਟਕਸਾਲੀ ਕਾਂਗਰਸੀ ਰਿਹਾ ਹੈ। ਸੁਖਵਿੰਦਰ ਜੀ, ਕਿ ਸਮਝਣ ਵਾਲੀ ਗੱਲ ਹੈ ਕਿ ਕਿਸੇ ਵੇਲੇ ਜਿਵੇਂ ਰਾਕੇਸ਼, ਜਿਵੇਂ ਪਾਇਲਟ ਜੀ ਜਿਹੜੇ ਨੇ ਉਸ ਤਰ੍ਹਾਂ ਦਾ ਪਰਿਵਾਰ ਸੀਗਾ, ਇਸੇ ਤਰ੍ਹਾਂ ਦਾ ਇਹੀ ਪਰਿਵਾਰ ਸੀਗਾ ਜਿਹੜਾ ਕਿ ਕਾਂਗਰਸ ਦੇ ਖਾਸ ਤੌਰ ਤੇ ਰਾਜੀਵ ਗਾਂਧੀ ਹੋਰਾਂ ਦੇ ਬੜਾ ਨੇੜੇ ਸੀਗਾ, ਔਰ ਉਸ ਤਰ੍ਹਾਂ ਦਾ ਵੱਡਾ ਪਰਿਵਾਰ ਹੈ ਯੂਪੀ ਦਾ। ਔਰ ਯੂਪੀ ਦੇ ਵਿੱਚ ਖਾਸ ਤੌਰ ਤੇ ਜਿਹੜੀ ਬ੍ਰਾਹਮਣ ਵੋਟ ਹੈ ਉਹਦੇ ਉੱਤੇ ਨਜ਼ਰ ਸੀਗੀ ਕਾਂਗਰਸ ਦੀ। ਔਰ ਜਦੋਂ ਇਹ ਜਿਹੜਾ ਜਿਸ ਤਰ੍ਹਾਂ ਦੇ ਜਿਹੜੇ ਸ਼ਿਫਟਿੰਗ ਹੋ ਰਹੀ ਹੈ ਉੱਥੋਂ ਇਹ ਲੱਗ ਰਿਹਾ ਹੈ ਕਿ ਯੂਪੀ ਦੇ ਵਿੱਚ ਕਾਂਗਰਸ ਨੂੰ ਵੀ ਇੱਕ ਵਾਰੀ ਫੇਰ ਜਿਹੜਾ ਹੈਗਾ ਹਾਰ ਦਾ ਮੂੰਹ ਦੇਖਣ ਦੀ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ ਉੱਥੇ, ਕਿਉਂਕਿ ਪ੍ਰਿੰਕਾ ਜੀ ਬੜੇ ਲੰਬੇ ਸਮੇਂ ਤੋਂ ਸਰਗਰਮ ਨੇ ਔਰ ਪ੍ਰਿੰਕਾ ਜੀ ਆਪਣੀ ਸਰਗਰਮੀ ਦਿਖਾ ਰਹੇ ਸੀਗੇ। ਇਸ ਕਰਕੇ ਮੈਨੂੰ ਲੱਗਦਾ ਹੈ ਕਿ ਜਿਸ ਕਿਸਮ ਦੀ ਲੋੜ ਯੂਪੀ ਦੇ ਵਿੱਚ ਨੇਤਰਤਵ ਦੀ ਲੱਗਦੀ ਹੈ, ਲੀਡਰਸ਼ਿਪ ਦੀ ਲੱਗਦੀ ਹੈ, ਉਸ ਕਿਸਮ ਦੀ ਉਹ ਕਾਂਗਰਸ ਇਸ ਵੇਲੇ ਯੂਪੀ ਦੇ ਵਿੱਚ ਵੀ ਦੇ ਨਹੀਂ ਰਹੀ। ਸੋ ਉਹਦਾ ਨਤੀਜਾ ਹੈ ਕਿ ਯੂਪੀ ਦੇ ਕਾਂਗਰਸੀਆਂ ਦੇ ਵਿੱਚ ਨਿਰਾਸ਼ਾ ਹੈ,
ਔਰ ਉਸ ਨਿਰਾਸ਼ਾ ਦੇ ਵਿੱਚੋਂ ਵੱਡੇ ਲੀਡਰ ਜਿਹੜੇ ਨੇ ਇੱਕ ਸ਼ੁਰੂਆਤ ਹੋਈ ਹੈ। ਇਹ ਵੀ ਮੰਨਿਆ ਜਾ ਰਿਹਾ ਜਿਹੜੇ ਸਾਡੇ ਜਿਹੜੇ ਪੋਲੀਟੀਕਲ ਐਨਾਲਿਸਿਸ ਕਰਨ ਵਾਲੇ ਲੋਕ ਨੇ ਉਹ ਇਹ ਕਹਿ ਰਹੇ ਨੇ ਕਿ ਇਹ ਤਾਂ ਹਜੇ ਸ਼ੁਰੂਆਤ ਹੈ, ਹਜੇ ਤਾਂ ਸਿਰਫ ਟੇਲਰ ਹੀ ਹੈ, ਹਜੇ ਤਾਂ ਪਿਕਚਰ ਪੂਰੀ ਦੀ ਪੂਰੀ ਆਉਣੀ ਹੈ। ਕਹਿਣ ਦਾ ਮਤਲਬ ਇਹ ਹੈ। ਕਿਵੇਂ ਦੇਖਦੇ ਹੋ ਕਾਂਗਰਸ ਦਾ ਸਾਰੇ ਸੂਬਿਆਂ ਦੇ ਵਿੱਚ ਇਹੀ ਹਾਲ ਹੈ। ਹਰਿਆਣਾ ਦੀ ਗੱਲ ਕਰੀਏ ਤਾਂ ਜਿਹੜੇ ਕਾਂਗਰਸ ਦੇ ਪ੍ਰਧਾਨ ਹੁੰਦੇ ਸੀਗੇ ਅਸ਼ੋਕ ਤੰਵਰ, ਉਹ ਛੱਡ ਕੇ ਜਿਹੜੇ ਬੀਜੇਪੀ ਦੇ ਵਿੱਚ ਚਲੇ ਗਏ ਸੀ, ਉਦੋਂ ਪਾਰਟੀ ਛੱਡ ਗਏ। ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਸਿੰਧੀਆ, ਉਹ ਛੱਡ ਗਏ ਸੀਗੇ, ਉਹ ਵੀ ਬੜੇ ਅਹਿਮ ਬਿਲਕੁਲ, ਉਹ ਵੀ ਜਿਹੜੇ ਉੱਥੋਂ ਦਾ ਭਵਿੱਖ ਮੰਨੇ ਜਾਂਦੇ ਹੁੰਦੇ ਸੀਗੇ, ਉਹ ਵੀ ਛੱਡ ਗਏ। ਫਿਰ ਸਚਿਨ ਪਾਇਲਟ, ਉਹ ਵੀ ਰਾਜਸਥਾਨ ਦਾ ਭਵਿੱਖ ਮੰਨੇ ਜਾਂਦੇ ਸੀ, ਉਹ ਵੀ ਇੱਕ ਤਰੀਕੇ ਦੇ ਨਾਲ ਛੱਡ ਹੀ ਗਏ ਸੀ। ਚਲੋ ਕਿਸੇ ਨਾ ਕਿਸੇ ਤਰੀਕੇ ਦੇ ਵੱਲੋਂ ਇਹਨਾਂ ਦੇ ਵੱਲੋਂ ਰੋਕ ਲਿਆ ਗਿਆ, ਪਰ ਹਾਲੇ ਵੀ ਉਹ ਨਾਰਾਜ਼ ਹੀ ਨੇ। ਉਧਰੋਂ ਯੂਪੀ ਦੇ ਵਿੱਚ ਇਹ ਜਤਿਨ ਪ੍ਰਸਾਦ, ਉਧਰੋਂ ਹੁਣ ਪੰਜਾਬ ਦੇ ਵਿੱਚ ਜਿਸ ਤਰੀਕੇ ਦੀ ਸਥਿਤੀ ਬਣੀ ਹੋਈ ਹੈ, ਜੇਕਰ ਨਵਜੋਤ ਸਿੰਘ ਸਿੱਧੂ ਅੱਗੇ ਲੈ ਕੇ ਆਉਂਦੇ ਆ ਤਾਂ ਕੈਪਟਨ ਅਮਰਿੰਦਰ ਸਿੰਘ ਨਾਰਾਜ਼ ਹੁੰਦੇ ਆ, ਜੇ ਕੈਪਟਨ ਅਮਰਿੰਦਰ ਸਿੰਘ ਨੂੰ ਅੱਗੇ ਲੈ ਕੇ ਆਉਂਦੇ ਆ ਤਾਂ ਫਿਰ ਨਵਜੋਤ ਸਿੰਘ ਸਿੱਧੂ ਨਾਰਾਜ਼ ਆਉਂਦੇ ਆ। ਕਹਿਣ ਦਾ ਭਾਵ ਇਹ ਹੈ ਕਿ ਜਿਸ ਤਰੀਕੇ ਦੀ ਸਥਿਤੀ ਬਣੀ ਹੋਈ ਹੈ, ਕਾਂਗਰਸ ਉਹਦੇ ਵਿੱਚੋਂ ਪਾਰ ਨਹੀਂ ਪਾ ਰਹੀ, ਕਾਂਗਰਸ ਲੀਡਰਸ਼ਿਪ ਉਹਨੂੰ ਸੰਭਾਲ ਨਹੀਂ ਪਾ ਰਹੀ। ਸਥਿਤੀਆਂ ਦੇ ਵਿੱਚੋਂ ਇੱਕ ਤੋਂ ਬਾਅਦ ਇੱਕ ਵੱਡਾ ਲੀਡਰ ਜਿਹੜਾ ਕਾਂਗਰਸ ਦਾ ਭਵਿੱਖ ਦੱਸਿਆ ਜਾ ਰਿਹਾ ਜਾਂ ਫਿਰ ਕਾਂਗਰਸ ਦੇ ਵਿੱਚ ਅਹਿਮ ਭੂਮਿਕਾ ਸੂਬਿਆਂ ਦੀ ਸਿਆਸਤ ਦੇ ਵਿੱਚ ਨਿਭਾ ਰਿਹਾ, ਇੱਕ ਤੋਂ ਬਾਅਦ ਇੱਕ ਲੀਡਰ ਛੱਡਦਾ ਜਾ ਰਿਹਾ। ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਵੱਡਾ ਝਟਕਾ ਲੱਗ ਸਕਦਾ। ਕੁਝ ਲੀਡਰ ਤਾਂ ਜਿਵੇਂ ਆਪਾਂ ਦੱਸਿਆ ਕਿ ਗੁਰਦਾਸਪੁਰ ਤੇ ਮਜੀਠੇ ਦੇ ਵਿੱਚੋਂ ਛੱਡ ਕੇ ਤਾਂ ਸ਼ਾਮਲ ਵੀ ਹੋ ਗਏ ਨੇ। ਤਾਂ ਫਿਰ ਕਿਵੇਂ ਦੇਖਦੇ ਹੋ ਕਾਂਗਰਸ ਦੀ ਸਿਆਸਤ ਨੂੰ, ਕਾਂਗਰਸ ਦੀ ਹਾਈ ਕਮਾਂਡ ਦੀ ਪਕੜ ਨੂੰ ਕਿਵੇਂ ਦੇਖਦੇ ਹੋ? ਸੁਖਵਿੰਦਰ ਜੀ, ਮੈਂ ਪਹਿਲਾਂ ਵੀ ਆਪਣੀ ਗੱਲ ਹੁੰਦੀ ਰਹਿੰਦੀ ਹੈ ਕਿ ਇਸ ਵੇਲੇ ਜਿਹੜੀ ਕਾਂਗਰਸ ਦੀ ਹਾਈ ਕਮਾਂਡ ਹੈ ਉਹਦੇ ਵਿੱਚ ਲਗਭਗ 3 ਜਾਂ 4 ਵੱਡੇ ਧੜੇ ਨੇ, ਵੱਡੇ ਗਰੁੱਪ ਨੇ। ਉਹਦੇ ਵਿੱਚ ਆਪਾਂ ਨੇ ਪਿਛਲੇ ਦਿਨਾਂ ਦੇ ਵਿੱਚ ਗੱਲ ਕੀਤੀ ਕਿ G23 ਜਿਹੜੇ ਕਿ ਇਹ ਤੁਸੀਂ ਦੇਖੋਗੇ ਕਿ ਇਹ ਇੱਕ ਨਾਰਾਜ਼ ਧੜਾ ਹੈ ਔਰ ਇਹ ਆਪਣੇ ਆਪ ਨੂੰ ਗਾਂਧੀਅਨ 23 ਕਹਾਉਂਦਾ ਹੈ ਔਰ ਇਹਨਾਂ ਨੂੰ ਇਹ ਲੱਗਦਾ ਕਿ ਅਸੀਂ ਟਕਸਾਲੀ ਕਾਂਗਰਸੀ ਹਾਂ, ਅਸੀਂ ਵੱਡੇ ਕਾਂਗਰਸੀ ਹਾਂ ਔਰ ਸਾਡੇ ਜਿਹੜੇ ਹੈਗਾ ਸਾਡੇ ਵਿੱਚੋਂ ਹੀ ਜਿਹੜੇ ਨੇ ਪ੍ਰਧਾਨਗੀ ਸਾਨੂੰ ਮਿਲਣੀ ਚਾਹੀਦੀ ਹੈ ਜਾਂ ਵੱਡੇ ਅਹੁਦੇ ਜਿਹੜੇ ਨੇ ਮਿਲਣੇ ਚਾਹੀਦੇ ਨੇ। ਇੱਕ ਪਾਸੇ ਸੋਨੀਆ ਦਾ ਧੜਾ ਹੈ, ਇੱਕ ਔਰ ਦੂਜੇ ਪਾਸੇ ਨਵਾਂ ਸ਼ੁਰੂਆਤ ਹੋਈ ਹੈ, ਉਹਦੇ ਵਿੱਚ ਰਾਹੁਲ ਜੀ ਔਰ ਪ੍ਰਿੰਕਾ ਜੀ ਦਾ ਇੱਕ ਵੱਖਰਾ ਧੜਾ ਜਿਹੜਾ ਹੈਗਾ ਆ ਗਿਆ। ਇਸ ਤਰ੍ਹਾਂ ਕੁਝ ਹੋਰ ਜਿਹੜੇ ਨੇ ਨਿਰਾਸ਼ ਜਿਹੜੇ ਨੇ ਚੱਲ ਰਹੇ ਨੇ ਕਾਂਗਰਸ ਤੋਂ, ਉਹ ਧੜੇ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਸ ਵੇਲੇ ਜਿਹੜੀ ਕਾਂਗਰਸ ਦੀ ਜਿਹੜੀ ਹਾਈ ਕਮਾਂਡ ਹੈ ਉਹ ਕਈ ਗਰੁੱਪਾਂ ਦੇ ਵਿੱਚ ਘਿਰੀ ਹੋਈ ਹੈ, ਜਿਹਦੇ ਕਰਕੇ ਵੱਡੇ ਫੈਸਲੇ ਨਹੀਂ ਲੈ ਹੋ ਰਹੇ ਔਰ ਇਹਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਕੋਈ ਵੱਡਾ ਲੀਡਰ ਨਾ ਹੋਣ ਕਰਕੇ ਨੈਸ਼ਨਲ ਲੈਵਲ ਦਾ, ਕਿਉਂਕਿ ਰਾਹੁਲ ਜੀ ਨੂੰ ਇਸ ਕਿਸਮ ਦੀ ਇਹ ਕਿਹਾ ਜਾ ਰਿਹਾ ਕਿ ਜਿਸ ਕਿਸਮ ਦੀ ਸਮਝ ਹੋਣੀ ਚਾਹੀਦੀ ਹੈ ਨੈਸ਼ਨਲ ਲੀਡਰ ਦੀ, ਉਸ ਕਿਸਮ ਦੀ ਉਹਦੇ ਕੋਲ ਸਮਝ ਅਜੇ ਨਹੀਂ ਹੈ। ਸੋ ਉਹਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਵੱਖ-ਵੱਖ ਜਿਹੜੀਆਂ ਥੋੜੀਆਂ ਬਹੁਤ ਸਟੇਟਾਂ ਦੇ ਵਿੱਚ ਉਹਨਾਂ ਦੀ ਸੱਤਾ ਬਚਦੀ ਹੈ, ਉਹ ਵੀ ਜਿਹੜੀ ਹੈਗੀ ਆ ਲੜਖੜਾ ਰਹੀਆਂ ਨੇ, ਚਾਹੇ ਉਹ ਰਾਜਸਥਾਨ ਦੀ ਗੱਲ ਹੋਵੇ, ਚਾਹੇ ਉਹ ਪੰਜਾਬ ਦੀ ਗੱਲ ਹੋਵੇ, ਕਿਉਂਕਿ ਹੁਣ ਅਗਲੇ ਦਿਨਾਂ ਦੇ ਵਿੱਚ ਯੂਪੀ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ। ਯੂਪੀ ਦੇ ਵਿੱਚ ਕਿਸੇ ਵੇਲੇ ਕਾਂਗਰਸ ਨੂੰ ਲੱਗਦਾ ਸੀਗਾ ਕਿ ਸ਼ਾਇਦ ਅਸੀਂ ਦੁਬਾਰਾ ਇੱਥੇ ਰਿਵਾਈਵ ਕਰ ਜਾਈਏ, ਉਹ ਵੀ ਸੰਭਾਵਨਾਵਾਂ ਜਿਹੜੀ ਹੈਗੀ ਆ, ਜਿਵੇਂ ਤੁਸੀਂ ਆਪਾਂ ਗੱਲ ਕਰ ਰਹੇ ਹਾਂ ਕਿ ਉਹ ਜਿਹੜੇ ਲੀਡਰ ਛੱਡ ਕੇ ਜਾ ਰਹੇ ਨੇ, ਤਾਂ ਉੱਥੋਂ ਵੀ ਜਿਹੜੀ ਹੈਗੀ ਹੈ ਇਹ ਉੱਥੇ ਨਜ਼ਰ ਨਹੀਂ ਆ ਰਿਹਾ ਕਿ ਕਾਂਗਰਸ ਉੱਥੇ ਪੈਰ ਜਮਾ ਲੇਗੀ। ਸੋ ਕਹਿਣ ਦਾ ਮਤਲਬ ਹੈ ਕਿ ਇੱਕ ਲੀਡਰਸ਼ਿਪ ਦੀ ਕਮਜ਼ੋਰੀ ਬਹੁਤ ਵੱਡੀ ਇਸ ਵੇਲੇ ਰੜਕ ਰਹੀ ਹੈ, ਚਾਹੇ ਉਹ ਸਟੇਟਾਂ ਦੇ ਵਿੱਚ ਰੜਕ ਰਹੀ ਹੋਵੇ, ਚਾਹੇ ਉਹ ਨੈਸ਼ਨਲ ਲੈਵਲ ਤੇ ਰੜਕ ਰਹੀ ਹੋਵੇ। ਸੋ ਉਹਦਾ ਨਤੀਜਾ ਇਹ ਨਿਕਲਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡੀਆਂ ਸੰਭਾਵਨਾਵਾਂ ਨੇ ਕਿ ਹੋਰ ਬਹੁਤ ਸਾਰੇ ਜਿਹੜੇ ਵੱਡੇ ਲੀਡਰ ਨੇ ਉਹ ਅਲੱਗ-ਅਲੱਗ ਪਾਰਟੀਆਂ ਦੇ ਵਿੱਚ ਸ਼ਿਫਟ ਕਰ ਜਾਣ। ਔਰ ਖਾਸ ਤੌਰ ਤੇ ਤੁਸੀਂ ਸਚਿਨ ਪਾਇਲਟ ਦਾ ਨਾਂ ਤਾਂ ਲੈ ਹੀ ਰਹੇ ਹੋ ਕਿ ਉਹਨਾਂ ਦੀ ਵੀ ਜਿਹੜੀ ਨਾਰਾਜ਼ਗੀ ਇਸ ਵੇਲੇ ਸਿਖਰ ਤੇ ਚੱਲ ਰਹੀ ਹੈ ਔਰ ਰਾਜਸਥਾਨ ਦੇ ਵਿੱਚ ਜੇ ਸਚਿਨ ਪਾਇਲਟ ਜਾਂਦੇ ਨੇ ਤਾਂ ਉਹਨਾਂ ਦੇ ਨਾਲ ਹੋਰ ਬੜੇ ਲੀਡਰ ਨੇ ਜਿਹੜੇ ਉਹਨਾਂ ਦੇ ਨਾਲ ਦੂਜੀਆਂ ਪਾਰਟੀਆਂ ਦੇ ਵਿੱਚ ਸ਼ਿਫਟ ਹੋ ਸਕਦੇ ਨੇ। ਇਸੇ ਤਰ੍ਹਾਂ ਤੁਸੀਂ ਦੇਖੋਗੇ ਕਿ ਯੂਪੀ ਦੇ ਲੀਡਰ ਜਾਂ ਹੋਰ ਜਿਹੜੇ ਵੱਖ-ਵੱਖ ਸਟੇਟਾਂ ਦੇ ਵਿੱਚ ਜਿੱਥੇ ਹੁਣ ਚੋਣਾਂ ਹੋਣੀਆਂ ਨੇ, ਖਾਸ ਤੌਰ ਤੇ ਪੰਜਾਬ ਦੇ ਵਿੱਚ ਤੁਸੀਂ ਦੇਖੋਗੇ ਕਿ ਪੰਜਾਬ ਦੀ ਜਿਹੜੀ ਲੀਡਰਸ਼ਿਪ ਆ ਕਾਂਗਰਸ ਦੀ, ਉਹ ਵੀ ਸ਼ਿਫਟਿੰਗ ਜਿਹੜੀ ਹੈਗੀ ਹੈ ਵੱਡੇ ਪੱਧਰ ਤੇ ਕਰ ਸਕਦੀ ਹੈ। ਸੋ ਇਹਦਾ ਨਤੀਜਾ ਆਪਾਂ ਨੂੰ ਇਹੀ ਆਪਾਂ ਕਹਿ ਸਕਦੇ ਹਾਂ ਕਿ ਆਉਣ ਵਾਲਾ ਭਵਿੱਖ ਜਿਹੜਾ ਹੈਗਾ ਕਾਂਗਰਸ ਦਾ, ਚਾਹੇ ਉਹ ਨੈਸ਼ਨਲ ਲੈਵਲ ਦੀ ਕਾਂਗਰਸ ਹੈ ਚਾਹੇ ਸਟੇਟ ਲੈਵਲ ਦੀ ਆ, ਬਹੁਤ ਇੱਕ ਸੰਕਟਮਈ ਜਿਹੜਾ ਹੈਗਾ ਸਮਾਂ ਹੋਏਗਾ ਔਰ ਬਹੁਤ ਸਾਰੀਆਂ ਟੁੱਟ ਭੱਜ ਦੀਆਂ ਸੰਭਾਵਨਾਵਾਂ ਇਸ ਵੇਲੇ ਨਜ਼ਰ ਆ ਰਹੀਆਂ ਨੇ, ਪੰਜਾਬ ਦੇ ਵਿੱਚ ਵੀ, ਰਾਜਸਥਾਨ ਦੇ ਵਿੱਚ ਵੀ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਵੀ। ਜੀ ਸੁਖਵਿੰਦਰ ਜੀ, ਬਿਲਕੁਲ। ਜੇਕਰ ਆਪਾਂ ਆਪਣੀ ਅਗਲੀ ਖਬਰ ਦੀ ਗੱਲ ਕਰੀਏ, ਅਗਲੀ ਖਬਰ ਦੇ ਵਿੱਚ ਜਿਵੇਂ ਆਪਾਂ ਦੇਖਿਆ ਕਿ ਪੋਸਟਰ ਵਾਰ ਜਾਰੀ ਸੀ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ, ਉਹਨਾਂ ਦੇ ਸਮਰਥਕਾਂ ਦੇ ਵੱਲੋਂ ਜਿਹੜੇ ਪੋਸਟਰ ਲਗਾਏ ਜਾ ਰਹੇ ਆ ਕਿ ਪੰਜਾਬ ਦੇ ਵਿੱਚ ਕੈਪਟਨ ਇੱਕ ਹੀ ਹੁੰਦਾ, ਸਾਡਾ ਸਾਂਝਾ ਨਾਅਰਾ ਇਸ ਵਾਰ ਕੈਪਟਨ ਫਿਰ ਦੁਬਾਰਾ।
ਮਤਲਬ ਇਹੋ ਜਿਹੇ ਪੋਸਟਰ ਲਾਏ ਜਾ ਰਹੇ ਸੀ। ਤਾਂ ਹੁਣ ਪਲਟਵਾਰ ਕੀਤਾ ਗਿਆ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਦੇ ਵੱਲੋਂ, ਵੱਡਾ ਝਟਕਾ ਦਿੱਤਾ ਗਿਆ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਦੇ ਵੱਲੋਂ, ਤੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਪੋਸਟਰ ਲੱਗਣ ਲੱਗ ਗਏ ਨੇ ਸੀਐਮ ਸਿਟੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ, ਜਿਵੇਂ ਆਪਾਂ ਉਦੋਂ ਵੀ ਗੱਲ ਕੀਤੀ ਸੀ। ਤੇ ਨਾਰਾ ਹੈ ਸਾਰਾ ਪੰਜਾਬ ਸਿੱਧੂ ਦੇ ਨਾਲ। ਤੇ ਕਿਵੇਂ ਦੇਖਦੇ ਹੋ ਕਿ ਹੁਣ ਪੋਸਟਰ ਵਾਰ ਜਿਹੜੀ ਸ਼ੁਰੂ ਹੋਈ ਹੈ, ਇੱਕ ਤੋਂ ਬਾਅਦ ਉਹ ਉਹਨੂੰ ਕਟਾਂਸ਼ ਕਰ ਰਿਹਾ, ਉਹਨੂੰ ਕਟਾਂਸ਼ ਕਰ ਰਿਹਾ, ਤੇ ਨਾਲ ਨਾਲ ਇੱਕ ਜਿਹੜੀ ਨਵਜੋਤ ਸਿੰਘ ਸਿੱਧੂ ਹੱਕ ਦੇ ਪੋਸਟਰ ਵਿੱਚ ਲਿਖਿਆ ਹੈ, ਉਹ ਥੱਲੇ ਇਹ ਲਾਈਨ ਲਿਖੀ ਹੈ ਸਾਰਾ ਪੰਜਾਬ ਜਿਹੜਾ ਮੰਗ ਰਿਹਾ ਬੇਅਦਬੀ ਦਾ ਹਿਸਾਬ। ਬਿਲਕੁਲ, ਇਹ ਵੀ ਲਾਈਨ ਲਿਖੀ ਗਈ ਇਹਦੇ ਵਿੱਚ, ਕਿਵੇਂ ਲਿਖੀ? ਸੁਖਵਿੰਦਰ ਜੀ ਦੇਖੋ, ਪਿਛਲੇ ਦਿਨਾਂ ਦੇ ਵਿੱਚ ਖੜਗੇ ਕਮੇਟੀ ਬਣੀ, 3 ਮੈਂਬਰੀ ਕਮੇਟੀ ਬਣੀ, ਔਰ ਉਹਨਾਂ ਨੇ ਹਜੇ ਤੱਕ ਰਿਪੋਰਟ ਜਿਹੜੀ ਹੈਗੀ ਸੌਂਪਣੀ ਆ ਹਜੇ। ਇਹਦਾ ਮਤਲਬ ਇਹ ਹੈ ਕਿ ਜਿੰਨੀ ਦੇਰ ਉਹ ਰਿਪੋਰਟ ਸੌਂਪੀ ਨਹੀਂ ਜਾਂਦੀ ਔਰ ਉਹਦੇ ਨਤੀਜੇ ਸਾਹਮਣੇ ਨਹੀਂ ਆ ਜਾਂਦੇ, ਉਨੀ ਦੇਰ ਕੈਪਟਨ ਸਾਹਿਬ ਨੂੰ ਘੱਟੋ ਘੱਟ ਪਹਿਲਾਂ ਚੁੱਪ ਰਹਿਣਾ ਚਾਹੀਦਾ ਸੀਗਾ। ਕੈਪਟਨ ਸਾਹਿਬ ਨੇ ਕੀ ਕੀਤਾ ਕਿ ਜਦੋਂ ਅਗਲੇ ਦਿਨਾਂ ਦੇ ਵਿੱਚ, ਜਦੋਂ ਉਹ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਕਮੇਟੀ ਦੇ ਸਾਹਮਣੇ ਪੇਸ਼ ਹੋਏ, ਤਾਂ ਉਸ ਤੋਂ ਅਗਲੇ ਦਿਨ ਹੀ ਉਹਨਾਂ ਨੇ ਆਪਣੇ ਜਿਹੜੇ ਸੀਗੇ ਕਿ ਇੱਕੋ ਹੀ ਕੈਪਟਨ, ਪੰਜਾਬ ਦਾ ਕੈਪਟਨ ਇੱਕੋ, ਇਹਦਾ ਮਤਲਬ ਹੈ ਕਿ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਉਹ NSUI ਹੋਵੇ, ਚਾਹੇ ਇਹਨਾਂ ਦੇ OSD ਸਾਹਿਬਾਨ ਹੋਣ, ਉਹਨਾਂ ਤੋਂ ਇਹਨਾਂ ਨੇ ਪੋਸਟਰ ਆਪਣੇ ਲਗਵਾਤੇ ਆਪਣੀ ਪ੍ਰਸ਼ੰਸਾ ਦੇ ਵਿੱਚ। ਸੋ ਉਹਦੇ ਰਿਐਕਸ਼ਨ ਦੇ ਵਿੱਚ ਜਿਹੜਾ ਹੈਗਾ ਸਿੱਧੂ ਸਾਹਿਬ ਦੇ ਜਿਹੜੇ ਪ੍ਰਸ਼ੰਸਕ ਨੇ ਉਹਨਾਂ ਨੇ ਹੁਣ ਲਗਾਏ ਨੇ। ਹੁਣ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਇਹ ਜਿਹੜੀ ਪੋਸਟਰ ਵਾਰ ਹੈ ਪਹਿਲਾਂ ਦੀ ਚੱਲ ਰਹੀ ਹੈ, ਇਹਦੀ ਸ਼ੁਰੂਆਤ ਕੈਪਟਨ ਸਾਹਿਬ ਨੇ ਕੀਤੀ ਹੈ, ਜਦੋਂ ਕਿ ਅਨੁਸ਼ਾਸਨ ਇਹ ਮੰਗ ਕਰਦਾ ਸੀਗਾ, ਪਾਰਟੀ ਦਾ ਅਨੁਸ਼ਾਸਨ ਇਹ ਮੰਗ ਕਰਦਾ ਕਿ ਜਿੰਨੀ ਦੇਰ ਕੋਈ ਫੈਸਲਾ ਨਹੀਂ ਆਉਂਦਾ ਵੱਡਾ ਖੜਗੇ ਕਮੇਟੀ ਦਾ, ਔਰ ਵੱਡਾ ਜਦੋਂ ਸ਼ਿਫਟਿੰਗ ਨਹੀਂ ਹੁੰਦੀ ਜਿੰਨੀ ਦੇਰ, ਔਰ ਜਿੰਨੀ ਦੇਰ ਸਾਰੇ ਜਿਹੜੇ ਵਿਧਾਇਕਾਂ ਨਾਲ ਜਾਂ ਹੋਰ ਮਿਨਿਸਟਰ ਸਾਹਿਬਾਨ ਨਾਲ ਗੱਲਬਾਤ ਦਾ ਮੰਥਨ ਸਾਹਮਣੇ ਨਹੀਂ ਆਉਂਦਾ, ਉਨੀ ਦੇਰ ਇਹਨਾਂ ਨੂੰ ਇਦਾਂ ਦੀ ਵਾਰ ਜਿਹੜੀ ਪੋਸਟਰ ਦੀ ਵਾਰ ਜਿਹੜੀ ਹੈਗੀ ਹੈ ਉਹ ਤੋਂ ਗੁਰੇਜ਼ ਕਰਨਾ ਚਾਹੀਦਾ ਸੀ ਕੈਪਟਨ ਸਾਹਿਬ ਨੂੰ। ਪਰ ਕਿਉਂਕਿ ਹੁਣ ਕੈਪਟਨ ਸਾਹਿਬ ਨੇ ਸ਼ੁਰੂਆਤ ਕੀਤੀ ਹੈ ਆਪਣੇ OSD ਸਾਹਿਬਾਨ ਤੋਂ, ਉਹਨਾਂ ਨੇ ਪੋਸਟਰ ਵਾਰ ਜਿਹੜੀ ਹੈਗੀ ਸ਼ੁਰੂ ਕਰਵਾਈ ਹੈ, ਤਾਂ ਉਹਦੇ ਰਿਐਕਸ਼ਨ ਦੇ ਪ੍ਰਤੀਕਰਮ ਦੇ ਵਜੋਂ ਜਿਹੜੇ ਨਵਜੋਤ ਸਿੱਧੂ ਦੇ ਜਿਹੜੇ ਪ੍ਰਸ਼ੰਸਕ ਨੇ ਉਹਨਾਂ ਨੇ ਕਰਤੇ। ਔਰ ਇਹਦੇ ਵਿੱਚ ਵੱਡੇ ਸਵਾਲ ਇਹੀ ਚੁੱਕੇ ਨੇ ਕਿ ਵੱਡਾ ਜਿਹੜਾ ਇਸ ਵੇਲੇ ਸਵਾਲੀਆ ਨਿਸ਼ਾਨ ਕੈਪਟਨ ਸਾਹਿਬ ਤੇ ਲੱਗਿਆ ਹੋਇਆ ਉਹ ਇਹ ਹੈ ਕਿ ਜਿਹੜਾ ਬਰਗਾੜੀ ਕਾਂਡ ਹੈ ਜਾਂ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਫਾੜੇ ਗਏ ਸੀ ਕਿਸੇ ਵੇਲੇ ਪੰਜਾਬ ਦੇ ਵਿੱਚ, ਉਹਦਾ ਹਿਸਾਬ ਕੌਣ ਦੇਵੇਗਾ? ਇਹ ਮੈਨੂੰ ਲੱਗਦਾ ਕਿ ਇਸ ਵੇਲੇ ਜਿਸ ਮੁੱਦੇ ਦੇ ਉੱਤੇ ਸਭ ਤੋਂ ਵੱਧ ਘਿਰੇ ਹੋਏ ਨਜ਼ਰ ਆ ਰਹੇ ਨੇ ਕੈਪਟਨ ਸਾਹਿਬ, ਉਹ ਸਵਾਲ ਉਹਨਾਂ ਸਵਾਲਾਂ ਦੇ ਉੱਤੇ ਕੈਪਟਨ ਸਾਹਿਬ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਔਰ ਇਹਦੇ ਵਿੱਚ ਵੱਡੀ ਗੱਲ ਇਹ ਹੈ ਕਿ ਕਿਸੇ ਵੀ ਜਿਹੜਾ ਪੰਜਾਬ ਦਾ ਜੋ ਲੀਡਰ ਹੈ ਔਰ ਉਹਦੀਆਂ ਕੋਈ ਫੋਟੋਆਂ ਨਹੀਂ ਲਗਾਈਆਂ ਗਈਆਂ, ਸਿਰਫ ਤੇ ਸਿਰਫ ਕੀ ਹੈ ਕਿ ਨਵਜੋਤ ਕੌਰ ਸਿੱਧੂ ਹੋਰਾਂ ਦੀ ਫੋਟੋ ਹੈ ਇੱਕ ਪਾਸੇ, ਔਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੀ ਫੋਟੋ ਹੈ, ਉੱਪਰ ਸਿਰਫ ਡਾਕਟਰ ਮਨਮੋਹਨ ਸਿੰਘ ਜੀ ਦੀ ਹੈ, ਸੋਨੀਆ ਗਾਂਧੀ ਜੀ ਦੀ ਹੈ, ਪ੍ਰਿੰਕਾ ਜੀ ਦੀ ਹੈ ਔਰ ਰਾਹੁਲ ਜੀ ਦੀ ਫੋਟੋ ਹੈ। ਸੋ ਇੱਥੋਂ ਨਜ਼ਰ ਇਹ ਆ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਇੱਕ ਵੱਡੇ ਨੈਸ਼ਨਲ ਲੈਵਲ ਦੇ ਲੀਡਰ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਹੈ, ਔਰ ਸਿਰਫ ਨੈਸ਼ਨਲ ਲੈਵਲ ਦੇ ਲੀਡਰ ਦੇ ਨਹੀਂ, ਸਗੋਂ 22 ਦੇ ਵਿੱਚ ਜਿਹੜਾ ਮੁੱਖ ਚਿਹਰਾ ਕੌਣ ਹੋਏਗਾ ਔਰ ਖਾਸ ਤੌਰ ਤੇ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਏਗਾ, ਉਹਦੇ ਬਾਰੇ ਵੀ ਜਿਹੜੇ ਹੈਗੀ ਹੈ ਲਗਭਗ ਇਹਨਾਂ ਪੋਸਟਰ ਵਾਰ ਤੋਂ ਤਿਆਰੀ ਦੀ ਜਿਹੜੀ ਸੰਭਾਵਨਾ ਉਹ ਨਜ਼ਰ ਆ ਰਹੀ ਹੈ। ਇਹਦੇ ਵਿੱਚ ਮੈਨੂੰ ਲੱਗਦਾ ਕਿ ਜਿਹੜਾ ਕਸੂਰਵਾਰ ਜਦੋਂ ਅਸੀਂ ਦੇਖਦੇ ਹਾਂ ਕਿ ਇਹਦੇ ਵਿੱਚ ਕਸੂਰ ਕਿਹਦਾ ਹੈ, ਕਸੂਰ ਕੈਪਟਨ ਸਾਹਿਬ ਨੇ ਇਹ ਜਿਹੜੀ ਸ਼ੁਰੂਆਤ ਕਰਵਾਈ ਹੈ ਆਪਣੇ OSD ਸਾਹਿਬਾਨ ਤੋਂ, ਉਹ ਜਿਹੜਾ ਹੈਗਾ ਉਹ ਨਹੀਂ ਸੀ ਕਰਾਉਣੀ ਚਾਹੀਦੀ ਔਰ ਹਜੇ ਇੰਤਜ਼ਾਰ ਕਰਨਾ ਚਾਹੀਦਾ ਸੀਗਾ। ਹਜੇ ਕਮੇਟੀ ਨੇ ਜੋ ਫੈਸਲੇ ਦੇਣੇ ਸੀਗੇ ਉਹਦੀ ਵੇਟ ਕਰਨੀ ਚਾਹੀਦੀ ਸੀਗੀ। ਇਹ ਬਹੁਤ ਪਹਿਲਾਂ ਉਹਨਾਂ ਨੇ ਇਦਾਂ ਦਾ ਸਟੈਪ ਜਿਹੜਾ ਹੈਗਾ ਚੱਕ ਲਿਆ। ਇਸ ਕਰਕੇ ਜਿਵੇਂ ਮੈਂ ਪਹਿਲਾਂ ਕਿਹਾ ਕਿ ਇਸ ਵੇਲੇ ਕਾਂਗਰਸ ਦੇ ਵਿੱਚ ਡਿਸਪਲਿਨ ਨਾਂ ਦੀ, ਅਨੁਸ਼ਾਸਨ ਨਾਂ ਦੀ ਕੋਈ ਜਿਹੜੀ ਹੈਗੀ ਗੱਲ ਨਹੀਂ ਹੈ ਔਰ ਉਹਦਾ ਨਤੀਜਾ ਹੈ ਕਿ ਕੰਟਰੋਲ ਨਹੀਂ ਹੈ ਪ੍ਰਧਾਨ ਦਾ ਇਸ ਤਰੀਕੇ ਦੇ ਨਾਲ। ਹਾਂ, ਕੋਈ ਕੰਟਰੋਲ ਨਾ ਪ੍ਰਧਾਨ ਦਾ ਹੈ ਨਾ ਉਹਨਾਂ ਦੇ ਵੱਲੋਂ ਦਿੱਤਾ ਗਿਆ ਸੀ ਕੈਪਟਨ ਫੋਰ 2022। ਜੀ ਇਸੇ ਕਰਕੇ ਮੈਂ ਇਹ ਕਹਿ ਰਿਹਾ ਕਿ ਪ੍ਰਧਾਨ ਨੂੰ ਚਾਹੀਦਾ ਸੀਗਾ ਇਹਦੇ ਨੋਟਸ ਲੈਂਦੇ ਜਾਖੜ ਸਾਹਿਬ, ਔਰ ਇਸੇ ਤਰ੍ਹਾਂ ਹੁਣ ਵੀ ਚਾਹੀਦਾ ਹੈ ਕਿ ਨੈਸ਼ਨਲ ਲੈਵਲ ਦੇ ਜਿਹੜੇ ਸੋਨੀਆ ਜੀ ਇਹਦਾ ਨੋਟਸ ਲੈਣ, ਔਰ ਜਿਹਨੇ ਇਹ ਸ਼ੁਰੂਆਤ ਕਰਾਈ ਹੈ, ਡਿਸਪਲਿਨ ਤੋੜਿਆ ਹੈ, ਉਹਦੇ ਉੱਤੇ ਜ਼ਰੂਰ ਕੋਈ ਨਾ ਕੋਈ ਜਿਹੜੀ ਹੈਗੀ ਹੈ ਪਾਰਟੀ ਨੇ ਅਨੁਸ਼ਾਸਨੀ ਕਾਰਵਾਈ ਜਿਹੜੀ ਹੈਗੀ ਹੈ ਹੋਣੀ ਚਾਹੀਦੀ ਹੈ। ਸੋ ਇਸ ਕਰਕੇ ਇਦਾਂ ਦੀ ਜਿਹੜੀ ਜਦੋਂ ਪੋਸਟਰ ਵਾਰ ਸ਼ੁਰੂ ਹੁੰਦੀ ਹੈ ਤਾਂ ਲਾਜ਼ਮੀ ਤੌਰ ਤੇ ਇਹਦੇ ਨਾਲ ਅਕਸ ਜਿਹੜਾ ਹੈਗਾ ਪਾਰਟੀ ਦਾ ਖਰਾਬ ਹੁੰਦਾ ਹੈ। ਕੋਈ ਇਹਦੇ ਨਾਲ ਅਕਸ ਜਿਹੜਾ ਹੈਗਾ ਵਧਿਆ ਨਹੀਂ ਹੈ ਕਾਂਗਰਸ ਦਾ, ਅਕਸ ਸਗੋਂ ਖਰਾਬ ਹੋਇਆ। ਆਪਸੀ ਖਾਣਾ ਜੰਗੀ ਦਾ ਪਤਾ ਲੱਗਿਆ ਲੋਕਾਂ ਨੂੰ, ਔਰ ਇਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਕਿਉਂਕਿ ਖੁਲਾਸਾ ਹੋਇਆ ਕਿ ਮੀਟਿੰਗ ਜਿਹੜੀਆਂ ਹੋਈਆਂ ਨੇ
ਕਮੇਟੀ ਦੇ ਵੱਲੋਂ ਭਾਵੇਂ ਕਿ ਰਿਪੋਰਟ ਵੀ ਤਿਆਰ ਕਰ ਲਈ ਗਈ ਹੈ, ਤਾਂ ਵੀ ਜਿਹੜਾ ਹਲੇ ਇੱਥੇ ਜਿਹੜੇ ਇਹ ਬਲਦੀ ਅੱਗ ਹੈ ਖਾਨਾ ਜੰਗੀ ਦੀ, ਉਹ ਹਲੇ ਠੰਡੀ ਹੁੰਦੀ ਦਿਖਾਈ ਨਹੀਂ ਦੇ ਰਹੀ। ਬਿਲਕੁਲ ਬਿਲਕੁਲ, ਇਸ ਕਰਕੇ ਆਪਾਂ ਦੇਖਾਂਗੇ ਕਿ ਜਦੋਂ ਰਿਜ਼ਲਟ ਆ ਵੀ ਜਾਂਦੇ ਨੇ, ਜਦੋਂ ਉਹਨਾਂ ਨੇ ਸਿੱਟੇ ਕੱਢ ਕੇ ਪੇਸ਼ ਵੀ ਕਰਤੇ, ਤਾਂ ਵੀ ਮੈਨੂੰ ਲੱਗਦਾ ਕਿ ਖਾਨਾ ਜੰਗੀ ਨਹੀਂ ਰੁਕੇਗੀ। ਇੱਥੋਂ ਇਹੀ ਸਿੱਧ ਹੋ ਰਿਹਾ ਹੈ। ਔਰ ਕਿਸੇ ਵੀ ਉੱਪਰਲਾ ਜਿਹੜਾ ਲੀਡਰ ਹੈ ਇਹਨਾਂ ਦਾ, ਨੈਸ਼ਨਲ ਲੈਵਲ ਦੀ ਹਾਈ ਕਮਾਂਡ ਹੈ, ਉੱਥੇ ਵੀ ਜਿਹੜਾ ਹੈਗਾ ਉਹਨਾਂ ਦਾ ਪ੍ਰਭਾਵ ਵੀ ਬਹੁਤ ਥੋੜਾ ਜਿਹੜਾ ਹੈਗਾ ਦਿਖਾਈ ਦੇ ਰਿਹਾ। ਸੋ ਇਸ ਕਰਕੇ ਨਾ ਪੰਜਾਬ ਦੇ ਪ੍ਰਧਾਨ ਦਾ ਪ੍ਰਭਾਵ ਦਿਖਾਈ ਦੇ ਰਿਹਾ, ਕਿਤੇ ਨਾ ਕਿਤੇ ਇਹ ਜਿਹੜੀ ਹੈਗੀ ਆ ਨੁਕਸਾਨ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਦਾ ਹੋਰ ਜ਼ਿਆਦਾ ਹੋਏਗਾ। ਔਰ ਇਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਜਿਵੇਂ ਆਪਾਂ ਨੇ ਪਹਿਲਾਂ ਗੱਲ ਕੀਤੀ ਹੈ ਕਿ ਜਿੰਨੀ ਦੇਰ ਜਿਹੜੀ ਸੈਂਟਰ ਕਮੇਟੀ ਹੈ, ਜਿਹੜੀ ਹਾਈ ਕਮਾਂਡ ਹੈ ਕਾਂਗਰਸ ਦੀ, ਜੇ ਉਹ ਆਪਣੇ ਆਪ ਨੂੰ ਸਹੀ ਨਹੀਂ ਕਰਦੀ, ਆਪਣੇ ਆਪ ਨੂੰ ਨਹੀਂ ਤਾਕਤਵਰ ਬਣਾਉਂਦੀ, ਤਾਂ ਲਾਜ਼ਮੀ ਤੌਰ ਤੇ ਸਟੇਟਾਂ ਦੇ ਵਿੱਚ ਹੌਲੀ ਹੌਲੀ ਜਿਹੜੀਆਂ ਥੋੜੀਆਂ ਬਹੁਤ ਸਟੇਟਾਂ ਬਚੀਆਂ ਨੇ ਕਾਂਗਰਸ ਕੋਲ, ਉਹ ਵੀ ਜਾਂਦੀਆਂ ਰਹਿਣਗੀਆਂ। ਔਰ ਇਹਦਾ ਫਾਇਦਾ ਆਉਣ ਵਾਲੇ ਦਿਨਾਂ ਦੇ ਵਿੱਚ ਬੀਜੇਪੀ ਨੂੰ ਜਿਹੜਾ ਹੈਗਾ ਨੈਸ਼ਨਲ ਲੈਵਲ ਤੇ ਹੋ ਸਕਦਾ ਹੈ। ਜੀ ਸੁਖਵਿੰਦਰ ਜੀ, ਜੇ ਆਪਾਂ ਅਗਲੀ ਖਬਰ ਦੀ ਗੱਲਬਾਤ ਕਰੀਏ ਤਾਂ ਕੱਟੜ ਵਿਰੋਧੀ ਜਿਹੜੇ ਮੰਨੇ ਜਾਂਦੇ ਕਿਸਾਨ ਅੰਦੋਲਨ ਦੇ ਵਿੱਚ ਉਹ ਵੱਡੇ ਲੀਡਰ ਕੈਪਟਨ ਜਿਹੜੀ ਨਰਿੰਦਰ ਮੋਦੀ ਦੇ ਕੱਟੜ ਵਿਰੋਧੀ ਕਿਸਾਨ ਅੰਦੋਲਨ ਦੇ ਵੱਡੇ ਲੀਡਰ ਰਾਕੇਸ਼ ਟਕੈਤ, ਤੇ ਉਦੋਂ ਵੀ ਕੱਟੜ ਵਿਰੋਧੀ ਜਿਹੜੇ ਮਮਤਾ ਬੈਨਰਜੀ ਨਰਿੰਦਰ ਮੋਦੀ ਦੇ, ਉਹਨਾਂ ਦੀ ਆਪਸ ਦੇ ਵਿੱਚ ਕੱਲ ਮੀਟਿੰਗ ਹੋਈ ਹੈ। ਕਿਸਾਨ ਅੰਦੋਲਨ ਨੂੰ ਲੈ ਕੇ ਵੀ ਵਿਚਾਰ ਵਟਾਂਦਰਾ ਹੋਇਆ, ਜਾਂ ਇਸ ਤੋਂ ਇਲਾਵਾ ਵੀ ਕਈ ਵਿਚਾਰ ਵਟਾਂਦਰੇ ਹੋਏ ਨੇ, ਕਿਉਂਕਿ ਯੂਪੀ ਦੇ ਵਿੱਚ ਵੀ ਇਲੈਕਸ਼ਨ ਨੇ ਤੇ ਜਿਹੜੇ ਰਾਕੇਸ਼ ਟਕੈਤ ਨੇ ਉਹ ਯੂਪੀ ਤੋਂ ਬਿਲੋਂਗ ਕਰਦੇ ਨੇ। ਬਿਲਕੁਲ ਸੁਖਵਿੰਦਰ ਜੀ, ਦੇਖੋ ਰਾਕੇਸ਼ ਟਕੈਤ ਹੋਰਾਂ ਦਾ ਜੇ ਆਪਾਂ ਇਸ ਕਿਸਾਨੀ ਅੰਦੋਲਨ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਉਹਨਾਂ ਦਾ ਬਹੁਤ ਵੱਡਾ ਰੋਲ ਹੈ। ਜੇ ਮੈਨੂੰ ਲੱਗਦਾ ਕਿ ਇੱਕੋ ਇੱਕ ਨੈਸ਼ਨਲ ਲੈਵਲ ਦੇ ਲੀਡਰ ਇਸ ਕਿਸਾਨ ਅੰਦੋਲਨ ਚ ਉੱਭਰੇ ਨੇ ਤਾਂ ਉਹ ਰਾਕੇਸ਼ ਟਕੈਤ ਹੋ ਰਹੀ ਨੇ। ਤੁਹਾਨੂੰ ਯਾਦ ਹੋਏਗਾ ਕਿ 26 ਜਨਵਰੀ ਵਾਲੀ ਘਟਨਾ, ਜਦੋਂ ਬੀਜੇਪੀ ਇੱਕਦਮ ਇਸ ਸੰਘਰਸ਼ ਨੂੰ ਕੁਚਲਣਾ ਚਾਹੁੰਦੀ ਸੀਗੀ, ਤਾਂ ਉਹਦੇ ਵਿੱਚ ਰਾਕੇਸ਼ ਟਕੈਤ ਹੋਰਾਂ ਦੇ ਜਿਹੜੇ ਹੰਝੂ ਸੀਗੇ, ਉਹਨਾਂ ਨੇ ਬਹੁਤ ਹੀ ਇੱਕ ਵੱਡਾ ਕੰਮ ਕੀਤਾ ਔਰ ਇਸ ਅੰਦੋਲਨ ਦੇ ਵਿੱਚ ਦੁਬਾਰਾ ਜਾਨ ਜਿਹੜੀ ਹੈਗੀ ਆ ਫੂਕੀ। ਔਰ ਇਹਦਾ ਨਤੀਜਾ ਇਹ ਹੋਇਆ ਕਿ ਰਾਕੇਸ਼ ਟਕੈਤ ਜੀ ਇੱਕ ਨੈਸ਼ਨਲ ਲੈਵਲ ਦੇ ਵੱਡੇ ਹੀਰੋ ਦੇ ਤੌਰ ਤੇ ਕਿਸਾਨਾਂ ਦੇ ਵਿੱਚ ਉਹ ਉੱਭਰੇ। ਸੋ ਜਦੋਂ ਪਿਛਲੇ ਦਿਨਾਂ ਦੇ ਵਿੱਚ ਚੋਣਾਂ ਹੋਈਆਂ ਤਾਂ ਰਾਕੇਸ਼ ਟਕੈਤ ਔਰ ਉਹਨਾਂ ਦੇ ਸਾਥੀ ਕਿਸਾਨ ਜਥੇਬੰਦੀਆਂ ਦੇ ਵੱਖ-ਵੱਖ ਨੁਮਾਇੰਦੇ ਬੰਗਾਲ ਦੇ ਵਿੱਚ ਗਏ, ਔਰ ਉਹਦਾ ਨਤੀਜਾ ਇਹ ਹੋਇਆ ਕਿ ਬੰਗਾਲ ਦੇ ਵਿੱਚ ਮਮਤਾ ਨੇ ਤੀਜੀ ਵਾਰੀ ਜਿਹੜੀ ਹੈਗੀ ਹੈ ਮੁੱਖ ਮੰਤਰੀ ਦੇ ਤੌਰ ਤੇ ਸਹੁੰ ਚੁੱਕੀ। ਸੋ ਉਹਨਾਂ ਨੂੰ ਇੱਕ ਤਾਂ ਵਧਾਈ ਵੀ ਦੇਣ ਗਏ ਨੇ, ਔਰ ਦੂਜੀ ਵੱਡੀ ਗੱਲ ਜਿਹੜੀ ਸੀਗੀ, ਰਾਕੇਸ਼ ਟਕੈਤ ਹੋ ਰਹੀ ਜਿਹੜੇ ਚਾਹੁੰਦੇ ਨੇ ਕਿ ਯੂਪੀ ਦੇ ਵਿੱਚ ਬੰਗਾਲ ਦੇ ਕਿਸਾਨਾਂ ਦੀ ਮਦਦ ਲਈ ਜਾਵੇ, ਮਮਤਾ ਬੈਨਰਜੀ ਦੀ ਪਾਰਟੀ ਦੀ ਮਦਦ ਲਈ ਜਾਏ, ਤਾਂ ਕਿ ਯੂਪੀ ਦੇ ਵਿੱਚ ਬੀਜੇਪੀ ਨੂੰ ਕਿਵੇਂ ਨਾ ਕਿਵੇਂ ਜਿਹੜਾ ਹੈਗਾ ਲਾਂਭੇ ਕੀਤਾ ਜਾਏ। ਔਰ ਮਮਤਾ ਹੋਰਾਂ ਨੇ ਇਹ ਵੀ ਗੱਲ ਕਹੀ ਹੈ ਕਿ ਸਾਡਾ ਸਭ ਤੋਂ ਵੱਡਾ ਦੁਸ਼ਮਣ ਇਸ ਵੇਲੇ ਮੋਦੀ ਹੈ, ਔਰ ਮੋਦੀ ਦੇ ਖਿਲਾਫ ਵੱਖ-ਵੱਖ ਜਿਹੜੀਆਂ ਰੀਜਨਲ ਪਾਰਟੀਆਂ ਨੇ, ਜਿੱਥੇ ਐਂਟੀ ਬੀਜੇਪੀ ਗਵਰਨਮੈਂਟ ਹੈ, ਉੱਥੋਂ ਦੇ ਜਿਹੜੇ ਨੇ ਨੁਮਾਇੰਦਿਆਂ ਨੂੰ, ਉੱਥੋਂ ਦੇ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ ਔਰ ਮੋਦੀ ਦੇ ਖਿਲਾਫ 24 ਦੇ ਵਿੱਚ ਇੱਕ ਵੱਡਾ ਸੰਘਰਸ਼ ਕਰਨਾ ਚਾਹੀਦਾ। ਔਰ ਜੇ ਇਹ ਸੰਘਰਸ਼ ਕਿਸਾਨ ਇਹਨੂੰ ਜੇ ਲੀਡ ਕਰਦੇ ਆ ਔਰ ਰਾਕੇਸ਼ ਟਕੈਤ ਜੀ ਜੇ ਅੱਗੇ ਆਉਂਦੇ ਆ, ਤਾਂ ਲਾਜ਼ਮੀ ਤੌਰ ਤੇ 24 ਦੇ ਵਿੱਚ ਜਿਹੜਾ ਹੈਗਾ ਇੱਕ ਵੱਡਾ ਜਿਹੜਾ ਹੈਗਾ ਉਹਨਾਂ ਨੂੰ ਮੁਕਾਬਲਾ ਦਿੱਤਾ ਜਾ ਸਕਦਾ ਹੈ ਵੱਖ-ਵੱਖ ਪਾਰਟੀਆਂ ਦੇ ਦੁਆਰਾ। ਖਾਸ ਤੌਰ ਤੇ ਕਿਸਾਨ ਦੇ ਜਿਹੜੇ ਲੀਡਰ ਨੇ ਉਹ ਜੇ ਇਕੱਠੇ ਹੁੰਦੇ ਆ ਤਾਂ ਲਾਜ਼ਮੀ ਤੌਰ ਤੇ ਜਿਹੜਾ ਹੈਗਾ ਇੱਕ ਕਿਸਾਨ ਵਿਰੋਧੀ ਜਿਹੜਾ ਹੈਗਾ ਜਿਹੜੀ ਬੀਜੇਪੀ ਨੇ ਕੰਮ ਕੀਤੇ ਨੇ, ਤਾਂ ਲਾਜ਼ਮੀ ਤੌਰ ਤੇ ਉਹਨਾਂ ਨੂੰ ਟੱਕਰ ਜਿਹੜੀ ਹੈਗੀ ਹੈ ਇਹ ਦਿੱਤੀ ਜਾ ਸਕਦੀ ਹੈ। ਸੋ ਇੱਕੋ ਇੱਕ ਕਾਰਨ ਹੈ ਕਿਉਂਕਿ ਕਾਂਗਰਸ, ਆਪਾਂ ਨੂੰ ਵੀ ਪਤਾ ਹੈ, ਨਾ ਉਹ ਨੈਸ਼ਨਲ ਲੈਵਲ ਤੇ ਨਾ ਉਹ ਸਟੇਟਾਂ ਦੇ ਲੈਵਲ ਤੇ ਉਹ ਉਸ ਕਿਸਮ ਦਾ ਵਿਰੋਧੀ ਧਿਰ ਦਾ ਜਿਹੜਾ ਰੋਲ ਹੈ ਉਹ ਨਹੀਂ ਨਿਭਾ ਰਹੀ। ਇਸ ਕਰਕੇ ਮਮਤਾ ਜੀ ਨੂੰ ਇਹ ਲੱਗਦਾ ਹੈ ਕਿ ਜਿਹੜੇ ਵੱਖ-ਵੱਖ ਸਟੇਟਾਂ ਨੇ ਉਹਨਾਂ ਦੇ ਵਿੱਚ ਵੱਖ-ਵੱਖ ਲੀਡਰ ਸਾਹਿਬਾਨ ਨੇ, ਜਾਂ ਖਾਸ ਤੌਰ ਤੇ ਜਿਹੜੀਆਂ ਐਂਟੀ ਬੀਜੇਪੀ ਸਟੇਟਾਂ ਨੇ, ਉਹਨਾਂ ਦੇ ਲੀਡਰਾਂ ਨੂੰ ਇਕੱਠਾ ਕੀਤਾ ਜਾਏ ਔਰ ਇੱਕ ਸਾਂਝਾ ਮੋਰਚਾ ਜਿਹੜਾ ਹੈਗਾ ਬਣਾਇਆ ਜਾਏ, ਔਰ ਉਹਦੇ ਵਿੱਚ ਕਿਸਾਨਾਂ ਦੀ ਭੂਮਿਕਾ ਜਿਹੜੀ ਹੈਗੀ ਹੈ ਬਹੁਤ ਅਹਿਮ ਹੋਏਗੀ। ਸੋ ਇਹੀ ਤਰੀਕਾ, ਇਹੀ ਫਾਰਮੂਲਾ ਉਹ ਯੂਪੀ ਦੇ ਵਿੱਚ ਵਰਤਣਾ ਚਾਹੁੰਦੇ ਨੇ, ਔਰ ਯੂਪੀ ਦੇ ਵਿੱਚ ਵੱਖ-ਵੱਖ ਵਿਰੋਧੀ ਧਿਰਾਂ ਨੂੰ ਇਕੱਠਾ ਕਰਕੇ ਜਿਹੜਾ ਹੈਗਾ ਬੀਜੇਪੀ ਦੇ ਖਿਲਾਫ ਇੱਕ ਵੱਡਾ ਮੋਰਚਾ ਆਉਣ ਵਾਲੇ ਦਿਨਾਂ ਦੇ ਵਿੱਚ ਲੱਗੇਗਾ। ਜਿਵੇਂ ਬੰਗਾਲ ਦੇ ਵਿੱਚ ਹਾਰ ਹੋਈ ਹੈ ਵੱਡੀ, ਉਸੇ ਤਰ੍ਹਾਂ ਆਪਾਂ ਨੂੰ ਪਤਾ ਹੈ ਕਿ ਜਿਵੇਂ ਤੁਸੀਂ ਵੀ ਕਿਹਾ ਕਿ ਯੂਪੀ ਦੇ ਵਿੱਚ ਰਾਕੇਸ਼ ਟਕੈਤ ਜੀ ਜਿਹੜੇ ਇੱਕ ਵੱਡਾ ਚਿਹਰਾ ਉੱਭਰਨਗੇ, ਔਰ ਉਹ ਜੇ ਸਾਰੇ ਲੋਕਾਂ ਨੂੰ, ਸਾਰੀਆਂ ਵਿਰੋਧੀ ਧਿਰਾਂ ਨੂੰ ਨਾਲ ਲੈ ਕੇ ਚੱਲਦੇ ਆ, ਤਾਂ ਲਾਜ਼ਮੀ ਤੌਰ ਤੇ ਯੂਪੀ ਦੇ ਵਿੱਚ ਬੀਜੇਪੀ ਦਾ ਸਫਾਇਆ ਕੀਤਾ ਜਾ ਸਕਦਾ। ਕੋਈ ਵੱਡੀ ਗੱਲ ਨਹੀਂ ਹੈ, ਕਿਉਂਕਿ ਯੂਪੀ ਦਾ ਕਿਸਾਨ ਜਿਹੜਾ ਹੈਗਾ ਲਗਾਤਾਰ ਇਸ ਮੋਰਚੇ ਦੇ ਨਾਲ ਜੁੜਿਆ ਹੋਇਆ, ਔਰ ਕਿਸਾਨ ਕਿਉਂਕਿ ਵੱਡੇ ਤੌਰ ਤੇ ਉੱਥੇ ਕਿਸਾਨਾਂ ਦੀ ਜਿਹੜੀ ਭੂਮਿਕਾ ਹੈ ਔਰ ਕਿਸਾਨਾਂ ਦੀ ਜਿਹੜੀ ਜਨਸੰਖਿਆ ਹੈ ਬਹੁਤ ਜ਼ਿਆਦਾ ਹੈ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜੇ ਕਿਸਾਨ
ਜਥੇਬੰਦੀਆਂ ਦੇ ਲੋਕ, ਕਿਸਾਨ ਲੀਡਰ ਰਾਕੇਸ਼ ਟਕੈਤ ਜੀ ਦੀ ਅਗਵਾਈ ਦੇ ਵਿੱਚ ਇਹ ਸਾਰਾ ਕੁਝ ਕਰਦੇ ਨੇ, ਤਾਂ ਲਾਜ਼ਮੀ ਤੌਰ ਤੇ ਅਗਲੇ ਸਾਲ ਜਿਹੜੀਆਂ ਚੋਣਾਂ ਹੋਣ ਵਾਲੀਆਂ ਨੇ 22 ਦੇ ਵਿੱਚ, ਉਹਦੇ ਵਿੱਚ ਇੱਕ ਵੱਡਾ ਰੋਲ ਜਿਹੜਾ ਹੈਗੇ ਕਿਸਾਨ ਜਥੇਬੰਦੀਆਂ, ਕਿਸਾਨ ਪਾਰਟੀਆਂ ਜਿਹੜੀਆਂ ਨੇ ਨਿਭਾ ਸਕਦੀਆਂ ਨੇ। ਔਰ ਉਹਦੇ ਵਿੱਚ ਮਮਤਾ ਜੀ ਦਾ ਜਿਹੜਾ ਹੈਗਾ ਉਹਦੇ ਵਿੱਚ ਜਿਹੜਾ ਰੋਲ ਹੋਏਗਾ, ਔਰ ਬਾਕੀ ਵੀ ਜਿਹੜੀਆਂ ਪਾਰਟੀਆਂ ਨੇ ਉਹ ਵੀ ਨਾਲ ਮਿਲ ਕੇ ਚੱਲਣ ਤਾਂ ਕਿ ਬੀਜੇਪੀ ਨੂੰ ਉੱਥੇ ਹਰਾਇਆ ਜਾ ਸਕੇ। ਇਹੀ ਕੱਲ ਜਿਹੜੀ ਮੀਟਿੰਗ ਹੈ ਇਹਦੇ ਵਿੱਚੋਂ ਇਹੀ ਮੰਥਨ ਜਿਹੜਾ ਹੈਗਾ ਨਿਕਲ ਕੇ ਸਾਹਮਣੇ ਆਇਆ ਹੈ। ਸੋ ਉਮੀਦ ਕੀਤੀ ਜਾਣੀ ਚਾਹੀਦੀ ਹੈ ਸਾਨੂੰ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਜੇ ਇਸ ਨੂੰ ਪ੍ਰੈਕਟੀਕਲ ਰੂਪ ਦਿੱਤਾ ਜਾਂਦਾ ਹੈ ਤਾਂ ਲਾਜ਼ਮੀ ਤੌਰ ਤੇ ਬੀਜੇਪੀ ਦੇ ਵਿੱਚ ਨੂੰ ਬਹੁਤ ਵੱਡਾ ਜਿਹੜਾ ਹੈਗਾ ਉੱਥੇ ਝਟਕਾ ਲੱਗ ਸਕਦਾ ਹੈ ਯੂਪੀ ਦੇ ਵਿੱਚ। ਸੋ ਇਹੀ ਉਮੀਦ ਕੀਤੀ ਜਾਣੀ ਚਾਹੀਦੀ ਹੈ। ਜੀ ਸੁਖਵਿੰਦਰ ਜੀ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ, ਸ਼ੁਕਰੀਆ। ਰਾਏ ਸਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਸ ਪੂਰੇ ਮਸਲੇ ਦੇ ਉੱਪਰ, ਇਹਨਾਂ तमाम ਖਬਰਾਂ ਦੇ ਉੱਪਰ ਸਾਡੇ ਨਾਲ ਵਿਚਾਰ ਚਰਚਾ ਕੀਤੀ ਗਈ, ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਗਏ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਹੋਰਾਂ ਦੇ ਜਿਹੜੇ ਵਿਚਾਰ ਆ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।